फस्ट ईयर बेटा ਆਪਾਂ ਕਰ ਰਹੇ ਸੀਗੇ ਨਾ ਪੋਲੀਟੀਕਲ ਸਾਇੰਸ ਦਾ ਵਿਸ਼ਾ ਵਸਤੂ ਦੇ ਵਿੱਚ ਆਪਣਾ ਥਰਡ ਪੁਆਇੰਟ ਆਂਦਾ ਹੈ ਸਟੱਡੀ ਆਫ ਮੈਨ ਐਜ਼ ਅ ਪੋਲੀਟੀਕਲ ਬੀਇੰਗ ਕਿ ਮਨੁੱਖ ਦਾ ਰਾਜਨੀਤਿਕ ਪ੍ਰਣਾਲੀ ਦੇ ਰੂਪ ਦੇ ਵਿੱਚ ਅਧਿਐਨ ਕਿ ਇੱਕ ਆਦਮੀ ਹੈ ਇੱਕ ਮੈਨ ਹੈ ਉਹ ਪੋਲੀਟੀਕਲ ਐਜ਼ ਅ ਪੋਲੀਟੀਕਲ ਵਿਊ ਆਫ ਪੁਆਇੰਟ ਦੇ ਨਾਲ ਕਿਹੜੀਆਂ ਡਿਊਟੀਜ਼ ਨੂੰ ਨਿਭਾਉਂਦਾ ਹੈ ਕੀ ਉਹ ਚੋਣ ਲੜ ਰਿਹਾ ਹੈ ਕੀ ਆਪਣੇ ਹਿੱਤਾਂ ਲਈ ਲੜ ਰਿਹਾ ਹੈ ਕੀ ਉਸਦੇ ਅਧਿਕਾਰ ਨੇ ਕਿ ਆਪਣੇ ਚੋਣ ਦੀ ਵਰਤੋਂ ਉਹ ਕਿਸ ਤਰ੍ਹਾਂ ਕਰ ਰਿਹਾ ਹੈ ਅਤੇ ਇਹ ਸਾਰੀਆਂ ਗੱਲਾਂ ਦਾ ਅਧਿਐਨ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ। ਅੱਗੇ ਆਉਂਦਾ ਬੇਟਾ ਰਾਜਨੀਤਿਕ ਵਿਚਾਰਧਾਰਾ ਦਾ ਅਧਿਐਨ ਸਟੱਡੀ ਆਫ ਪੋਲੀਟੀਕਲ ਆਈਡੀਓਲੋਜੀਜ਼ ਦਾ ਮਤਲਬ ਹੁੰਦਾ ਹੈ ਕਿ ਵਿਚਾਰ ਮੇਰੇ ਵਿਚਾਰ ਕਿਹੋ ਜਿਹੇ ਨੇ। ਯੂ ਸਪੋਜ਼ ਦੈਟ ਕਿ ਅਗਰ ਮੈਂ ਕਹਿ ਦੇਵਾਂ BJP ਗਵਰਨਮੈਂਟ ਇਜ਼ ਨਾਟ ਅ ਗੁੱਡ ਗਵਰਨਮੈਂਟ, ਇਹ ਮੇਰੇ ਆਪਣੇ ਵਿਚਾਰ ਨੇ, ਠੀਕ ਹੈ, ਮੇਰੀ ਆਪਣੀ ਵਿਚਾਰਧਾਰਾ ਹੈ। ਅਗਰ ਮੈਂ ਕਹਾਂ ਕਿ ਗਵਰਨਮੈਂਟ ਉਹ ਚੰਗੀ ਹੈ ਜਿਹੜੀਆਂ ਆਦਮੀ ਨੂੰ ਜ਼ਿਆਦਾ ਤੋਂ ਜ਼ਿਆਦਾ ਫਰੀडम ਦੇਵੇ, ਠੀਕ ਹੈ, ਜਾਂ ਮੈਂ ਕਹਿ ਦੇਵਾਂ ਉਹ ਮੇਰੀ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਨੇ, ਜਾਂ ਮੈਂ ਕਹਿ ਦੇਵਾਂ ਕਿ ਗਵਰਨਮੈਂਟ ਉਹ ਚੰਗੀ ਹੈ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਵੇ, ਠੀਕ ਹੈ, ਕੰਟਰੋਲ ਦੇ ਵਿੱਚ ਰੱਖੇ। ਸੋ ਹਰ ਇੱਕ ਪਰਸਨ ਦੀਆਂ ਆਪਣੀਆਂ ਵਿਚਾਰਧਾਰਾਵਾਂ ਹੁੰਦੀਆਂ ਨੇ ਪੋਲੀਟੀਕਲ ਵਿਊ ਆਫ ਪੁਆਇੰਟ ਦੇ ਨਾਲ। ਸੋ ਆਪਾਂ ਉਹਨਾਂ ਵਿਚਾਰਧਾਰਾਵਾਂ ਦਾ ਅਧਿਐਨ ਵੀ ਆਪਾਂ ਇਹਦੇ ਵਿੱਚ ਕਰਦੇ ਨੇ, ਜਿਵੇਂ ਆਦਰਸ਼ਵਾਦ, ਵਿਅਕਤੀਵਾਦ, ਉਪਯੋਗਤਾਵਾਦ, ਸਮਾਜਵਾਦ, ਫਾਸੀਵਾਦ, ਨਾਜ਼ੀਵਾਦ, ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਕੀ ਨੇ ਵਿਚਾਰਧਾਰਾਵਾਂ ਨੇ। ਹੁਣ ਮਾਨਵਵਾਦ ਵਿਚਾਰਧਾਰਾ ਦੇ ਲੋਕ ਇਹ ਕਹਿੰਦੇ ਨੇ ਕਿ ਮਾਨਵ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦੇਣੀ ਚਾਹੀਦੀ ਹੈ। ਸਮਾਜਵਾਦ ਕੀ ਕਹਿੰਦਾ, ਸਮਾਜ ਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ। ਗਾਂਧੀਵਾਦ ਕੀ ਕਹਿੰਦਾ ਆ, ਗਾਂਧੀਵਾਦ ਇਹ ਕਹਿੰਦਾ ਹੈ ਕਿ ਸਭ ਦਾ ਭਲਾ ਕਰੋ, ਸਭ ਦਾ ਵਿਕਾਸ ਕਰੋ। ਸੋ ਦੀਜ਼ ਆਰ ਦਾ ਡਿਫਰੈਂਟ ਕਾਈਂਡ ਆਫ ਆਈਡੀਓਲੋਜੀਜ਼ ਜਿਹੜੀਆਂ ਕਿ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਜਿਨ੍ਹਾਂ ਦਾ ਅਧਿਐਨ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਆਪਾਂ ਪੋਲੀਟੀਕਲ ਸਾਇੰਸ ਦੇ ਵਿੱਚ ਵੀ ਆਰ ਸਟੱਡੀ ਆਫ ਦ ਪੋਲੀਟੀਕਲ ਪਾਰਟੀਜ਼, ਪ੍ਰੈਸ਼ਰ ਗਰੁੱਪਸ ਐਂਡ ਦੀ ਇੰਟਰਸਟ ਗਰੁੱਪ। ਨਾਓ ਵਾਟ ਇਜ਼ ਦ ਡਿਫਰੈਂਸ ਬਿਟਵੀਨ ਪੋਲੀਟੀਕਲ ਪਾਰਟੀਜ਼ ਐਂਡ ਪ੍ਰੈਸ਼ਰ ਗਰੁੱਪ। ਦੇਖੋ ਬੇਟਾ ਪੋਲੀਟੀਕਲ ਪਾਰਟੀਜ਼ ਤਾਂ ਉਹ ਹੋ ਗਈਆਂ ਜਿਵੇਂ ਕਿ ਕਾਂਗਰਸ, BJP, ਹੈ ਨਾ, ਇਹ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ। ਪ੍ਰੈਸ਼ਰ ਗਰੁੱਪ ਉਹ ਜਿਵੇਂ ਕਿ ਮਜ਼ਦੂਰ ਦਲ, ਮਹਿਲਾ ਦਲ, ਠੀਕ ਹੈ, ਇਹ ਸਾਰੇ ਕੀ ਨੇ ਦਬਾਅ ਸਮੂਹ ਨੇ। ਹੁਣ ਵਾਟ ਇਜ਼ ਦ ਡਿਫਰੈਂਸ ਬਿਟਵੀਨ ਪੋਲੀਟੀਕਲ ਪਾਰਟੀਜ਼ ਐਂਡ ਪ੍ਰੈਸ਼ਰ ਗਰੁੱਪ। ਪੋਲੀਟੀਕਲ ਪਾਰਟੀਜ਼ ਔਰ ਪ੍ਰੈਸ਼ਰ ਗਰੁੱਪ ਦਾ ਮਤਲਬ ਬੇਟਾ ਡਿਫਰੈਂਸ ਇੰਨਾ ਹੀ ਹੈ ਕਿ ਪ੍ਰੈਸ਼ਰ ਗਰੁੱਪਸ ਦਾ ਮਤਲਬ ਹੁੰਦਾ ਹੈ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣਾ। ਇਹ ਕੰਮ ਦਬਾਅ ਸਮੂਹਾਂ ਦਾ ਕੰਮ ਹੈ, ਠੀਕ ਹੈ। ਇਹਨਾਂ ਦਾ ਮਤਲਬ ਇਹ ਨਹੀਂ ਕਿ ਅਸੀਂ ਚੀਫ ਮਿਨਿਸਟਰ ਬਣਨਾ ਹੈ, ਪ੍ਰਾਈਮ ਮਿਨਿਸਟਰ ਬਣਨਾ ਹੈ ਜਾਂ MLA ਬਣਨਾ ਹੈ, ਨੋ। ਇਹਨਾਂ ਦਾ ਮੇਨ ਮੋਟੋ ਸਿਰਫ ਕੀ ਹੁੰਦਾ ਹੈ ਕਿ ਅਸੀਂ ਸਿਰਫ ਔਰ ਸਿਰਫ ਆਪਣੇ ਜਿੰਨੇ ਵੀ ਸਾਡੇ ਸਮੂਹ ਦੇ ਵਿੱਚ ਲੋਕ ਨੇ ਅਸੀਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣਾ ਹੈ ਸਰਕਾਰ ਕੋਲੋਂ, ਦੈਟਸ ਇਟ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਬੇਟਾ ਪੋਲੀਟੀਕਲ ਪਾਰਟੀਜ਼ ਆਰ ਦੋਜ਼ ਵਿਚ ਜਿਨ੍ਹਾਂ ਦਾ ਮਤਲਬ ਹੀ ਕੀ ਹੁੰਦਾ ਹੈ ਕਿ ਜੋ ਸਿਰਫ ਔਰ ਸਿਰਫ ਰਾਜਨੀਤਿਕ ਸੱਤਾ ਨੂੰ ਹਾਸਿਲ ਕਰਨਾ ਚਾਹੁੰਦੇ ਨੇ। ਪੋਲੀਟੀਕਲ ਪਾਰਟੀਜ਼ ਆਰ ਦੋਜ਼ ਗਰੁੱਪ ਵਿਚ ਵਾਂਟ ਟੂ ਐਕਸੈਸ ਦਾ ਪੋਲੀਟੀਕਲ ਪਾਵਰ, ਜਿਹੜੀਆਂ ਕਿ ਪੋਲੀਟੀਕਲ ਪਾਵਰ ਨੂੰ ਐਕਸੈਸ ਕਰਨਾ ਚਾਹੁੰਦੀਆਂ ਨੇ, ਆਪਣੇ ਹੱਥਾਂ ਵਿੱਚ ਲੈਣ ਦਾ ਯਤਨ ਕਰਦੀਆਂ ਨੇ। ਇਹਨਾਂ ਦਾ ਮੇਨ ਮੋਟੋ ਹੀ ਕੀ ਹੁੰਦਾ ਹੈ, ਪੋਲੀਟੀਕਲ ਪਾਵਰ ਨੂੰ ਆਪਣੇ ਹੱਥਾਂ ਦੇ ਵਿੱਚ ਰੱਖਣਾ। ਉਸ ਤੋਂ ਬਾਅਦ ਆਉਂਦਾ ਬੇਟਾ ਅਧਿਕਾਰ ਅਤੇ ਕਰਤੱਵਿਆਂ ਦਾ ਅੰਦਰ ਸਟੱਡੀ ਆਫ ਰਾਈਟਸ ਐਂਡ ਡਿਊਟੀਜ਼। ਪੋਲੀਟੀਕਲ ਸਾਇੰਸ ਦੇ ਵਿੱਚ ਆਪਾਂ ਸਟੱਡੀ ਆਫ ਰਾਈਟਸ ਵੀ ਕਰਦੇ ਨੇ ਔਰ ਡਿਊਟੀਜ਼ ਵੀ ਕਰਦੇ ਨੇ। ਰਾਈਟ ਮੀਨਸ ਵਾਟ, ਅਧਿਕਾਰ ਕੀ ਹੁੰਦੇ ਨੇ? ਅਧਿਕਾਰ ਉਹ ਉਚਿਤ ਮੰਗਾਂ ਹੁੰਦੀਆਂ ਨੇ ਜਿਹੜਾ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਹੁੰਦੀਆਂ ਨੇ। ਇਨ ਇੰਗਲਿਸ਼ ਵੀ ਕੈਨ ਸੇ ਦੈਟ ਰਾਈਟਸ ਆਰ ਦੋਜ਼ ਡਿਮਾਂਡ ਵਿਚ ਆਰ ਇੰਪੋਰਟੈਂਟ ਫੋਰ ਦੀ ਡਿਵੈਲਪਮੈਂਟ ਆਫ ਦੀ ਪਰਟੀਕੂਲਰ ਪੀਪਲ। ਸਮਝ ਆ ਗਈ। ਔਰ ਉਸ ਤੋਂ ਬਾਅਦ ਕਰਤੱਵ ਕੀ ਹੁੰਦੇ ਨੇ? ਡਿਊਟੀਜ਼ ਜਿਹੜੀਆਂ ਕਿ ਸਾਨੂੰ ਅਧਿਕਾਰਾਂ ਦੇ ਨਾਲ ਮਿਲੀਆਂ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਹੈ ਚੋਣ ਪ੍ਰਣਾਲੀਆਂ ਦਾ ਸਟੱਡੀ ਆਫ ਇਲੈਕਸ਼ਨਸ ਮੈਥਡ ਕਿ ਕਿਸੇ ਦੇਸ਼ ਦਾ ਇਲੈਕਸ਼ਨ ਮੈਥਡ ਕੀ ਹੈ, ਉੱਥੇ ਦਾ ਪ੍ਰਾਈਮ ਮਿਨਿਸਟਰ, MLA, ਪ੍ਰੈਜ਼ੀਡੈਂਟ, ਚੀਫ ਮਿਨਿਸਟਰ ਕਿਵੇਂ ਚੁਣਿਆ ਜਾਂਦਾ ਹੈ, ਕਿਸ ਤਰ੍ਹਾਂ ਚੁਣਿਆ ਜਾਂਦਾ ਹੈ, ਕਿਹੜੇ ਸਾਧਨ ਜਿਹੜੇ ਹੈਗੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਾਓ ਅਗਲਾ ਹੈ ਸਟੱਡੀ ਆਫ ਕੌਨਸਟੀਟਿਊਸ਼ਨਲ ਸਿਸਟਮ, ਸੰਵਿਧਾਨਿਕ ਪ੍ਰਣਾਲੀਆਂ ਕਿ ਉੱਥੇ ਦੀ ਸੰਵਿਧਾਨਿਕ ਪ੍ਰਣਾਲੀ ਕੀ ਹੈ, ਸੰਸਦੀ ਪ੍ਰਕਾਰ ਦੀ ਪ੍ਰਣਾਲੀ ਹੈ, ਲੋਕਤੰਤਰਿਕ ਪ੍ਰਣਾਲੀ ਹੈ, ਗਣਤੰਤਰਿਕ ਪ੍ਰਣਾਲੀ ਹੈ, ਕਿਹੋ ਜਿਹੀ ਪ੍ਰਣਾਲੀ ਹੈ, ਅਸੀਂ ਉਹਦਾ ਅਧਿਐਨ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਕਾਨੂੰਨ ਦਾ ਅਧਿਐਨ ਸਟੱਡੀ ਆਫ ਲਾਅ ਕੀ ਹੁੰਦਾ ਹੈ? ਲਾਅ ਉਹ ਚੀਜ਼ ਹੁੰਦੀ ਹੈ ਜੋ ਸਾਡੇ ਦੇਸ਼ ਦੀ ਸੱਤਾ ਨੂੰ ਚਲਾਉਣ ਦੇ ਲਈ ਜ਼ਰੂਰੀ ਨੇ। ਲਾਅ ਉਹ ਨਿਯਮ ਹੁੰਦੇ ਨੇ, ਉਹ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ ਜੋ ਇੱਕ ਪਰਟੀਕੂਲਰ ਦੇਸ਼ ਦੀ ਗਵਰਨਮੈਂਟ ਕਿਸੇ ਵੀ ਇਨਸਾਨ ਦੇ ਉੱਤੇ ਜਾਂ ਕਿਸੇ ਵੀ ਲੋਕਾਂ ਦੇ ਉੱਤੇ ਲਾਗੂ ਕਰਦੀ ਹੈ। ਸਮਝ ਆ ਗਈ। ਉਸ ਤੋਂ ਬਾਅਦ ਆਉਂਦਾ ਹੈ ਸਟੱਡੀ ਆਫ ਪੋਲੀਟੀਕਲ ਸਿਸਟਮ ਕਿ ਸਾਡੇ ਦੇਸ਼ ਦਾ ਪੋਲੀਟੀਕਲ ਸਿਸਟਮ ਕਿਹੋ ਜਿਹਾ ਹੈ। ਹੁਣ ਨਾਓ ਵਾਟ ਇਜ਼ ਦ ਮੀਨਿੰਗ ਆਫ ਸਿਸਟਮ। ਸਿਸਟਮ ਦਾ ਮਤਲਬ ਕੀ ਹੁੰਦਾ ਹੈ? ਜਿਹਦੇ ਵਿੱਚ ਡਿਫਰੈਂਟ ਪਾਰਟਸ ਹੁੰਦੇ ਨੇ, ਠੀਕ ਹੈ,
ਜਿਹਦੇ ਵਿੱਚ ਅਲੱਗ-ਅਲੱਗ ਭਾਗ ਹੁੰਦੇ ਨੇ, ਅਲੱਗ-ਅਲੱਗ ਕੋਆਪਰੇਸ਼ਨ ਹੁੰਦੀ ਹੈ ਔਰ ਹਰ ਇੱਕ ਭਾਗ ਦੀ ਆਪਣੀ ਆਪਣੀ ਲਿਮਿਟਸ ਹੁੰਦੀ ਹੈ। ਫੋਰ ਦਾ ਐਗਜ਼ਾਮਪਲ ਬੇਟਾ ਮੈਂ ਅਗਰ ਕਹਿ ਦੇਵਾਂ ਕਿ ਸਾਡੇ ਬਾਡੀ ਦਾ ਇੱਕ ਸਿਸਟਮ ਬਣਿਆ ਹੋਇਆ, ਠੀਕ ਹੈ, ਬਾਡੀ ਦਾ ਸਿਸਟਮ ਹੈ, ਮੂੰਹ ਨੇ ਖਾਣਾ ਖਾਣਾ ਹੈ, ਪੇਟ ਨੇ ਪਚਾਉਣਾ ਆ, ਠੀਕ ਹੈ, ਅਤੇ ਉਸ ਤੋਂ ਬਾਅਦ ਪੇਟ ਨੇ ਡਾਈਜੈਸਟ ਕਰਨਾ ਹੈ ਉਸਨੂੰ, ਠੀਕ ਹੈ। ਅਗਰ ਸਪੋਜ਼ ਕਰੋ ਮੇਰਾ ਮੂੰਹ ਜ਼ਿਆਦਾ ਖਾਣਾ ਖਾ ਲੈਂਦਾ ਹੈ ਤਾਂ ਮੇਰੇ ਪੇਟ ਕੀ ਹੋਊਗਾ, ਅਪਸੈਟ ਹੋ ਜਾਊਗਾ। ਸੋ ਇਸੀ ਤਰ੍ਹਾਂ ਕੀ ਹੁੰਦਾ ਹੈ ਕਿ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਬੇਟਾ ਡਿਫਰੈਂਟ ਪਾਰਟਸ ਹੁੰਦੇ ਨੇ, ਜਿਵੇਂ ਲੈਜਿਸਲੇਟਿਵ, ਐਗਜ਼ੀਕਿਊਟਿਵ ਅਤੇ ਜੁਡੀਸ਼ਰੀ। ਹਰ ਇੱਕ ਪਾਰਟ ਦੀਆਂ ਆਪਣੀਆਂ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਔਰ ਅਗਰ ਕੋਈ ਪਾਰਟ ਚੰਗੀ ਤਰ੍ਹਾਂ ਕੰਮ ਨਾ ਕਰੇ ਤਾਂ ਉਹ ਸਿਸਟਮ ਜਿਹੜਾ ਹੈਗਾ ਉਹ ਖਰਾਬ ਹੋ ਜਾਂਦਾ ਹੈ। ਤਾਂ ਅਸੀਂ ਇਸ ਚੀਜ਼ ਦਾ ਅਧਿਐਨ ਵੀ ਆਪਣੇ ਪੋਲੀਟੀਕਲ ਸਿਸਟਮ ਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਸਟੱਡੀ ਆਫ ਪਾਵਰ, ਸ਼ਕਤੀ ਦਾ ਅਧਿਐਨ। ਹੁਣ ਕੁਆਇਟ ਓਬਵੀਅਸ ਪੋਲੀਟਿਕਸ ਦਾ ਮਤਲਬ ਹੀ ਸਟਰਗਲ ਫॉर ਪਾਵਰ ਹੁੰਦਾ ਹੈ ਕਿ ਇੱਕ ਦਲ ਰਾਜਨੀਤਿਕ ਸੱਤਾ ਪ੍ਰਾਪਤ ਕਰਨ ਲਈ ਕਿਹੜੀਆਂ ਵਿਧੀਆਂ ਨੂੰ ਅਪਣਾਉਂਦਾ ਹੈ, ਉਸ ਚੀਜ਼ ਦਾ ਸਾਰਾ ਅਧਿਐਨ ਅਸੀਂ ਇਹਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਸਟੱਡੀ ਆਫ ਇਨਫਲੂਐਂਸ, ਕਿ ਉਸ ਦੇਸ਼ ਦੀ ਪੋਲੀਟੀਕਲ ਸਿਸਟਮ ਦੇ ਉੱਤੇ ਕਿਸ ਚੀਜ਼ ਦਾ ਇਨਫਲੂਐਂਸ ਪੈ ਰਿਹਾ ਹੈ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉੱਥੇ ਦੇ ਪੋਲੀਟੀਕਲ ਸਿਸਟਮ ਨੂੰ ਪ੍ਰਭਾਵਿਤ ਕਰ ਰਹੀਆਂ ਨੇ, ਅਸੀਂ ਉਹਨਾਂ ਦਾ ਅਧਿਐਨ ਵੀ ਇਹਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਹੈ ਸਟੱਡੀ ਆਫ ਲੀਡਰਸ਼ਿਪ, ਕਿ ਕਿਸੇ ਦੇਸ਼ ਦੇ ਪੋਲੀਟੀਕਲ ਸਿਸਟਮ ਨੂੰ ਕਿਹੋ ਜਿਹਾ ਲੀਡਰ ਚਲਾ ਰਿਹਾ ਹੈ, ਉਹ ਲੀਡਰ ਦੀਆਂ ਕਿਹੜੀਆਂ ਖੂਬੀਆਂ ਨੇ, ਕਿ ਉਹ ਲੀਡਰ ਆਪਣੇ ਅਕੋਰਡਿੰਗਲੀ ਆਪਣੀ ਜਨਤਾ ਦੇ ਲਈ ਮਤਲਬ ਕਿ ਠੀਕ ਹੈ ਜਾਂ ਨਹੀਂ ਹੈ। ਅਸੀਂ ਇਹਨਾਂ ਚੀਜ਼ਾਂ ਦਾ ਅਧਿਐਨ ਵੀ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਦੇ ਵਿੱਚ ਕਰਦੇ ਨੇ। ਸਟੱਡੀ ਆਫ ਅਥਾਰਟੀ, ਸੱਤਾ ਦਾ ਅਧਿਐਨ, ਕਿਸ ਤਰ੍ਹਾਂ ਦੀ ਸੱਤਾ ਹੈ, ਕਿਆ ਉਹ ਸਾਡੇ ਦੇਸ਼ ਦੇ ਲਈ ਚੰਗੀ ਹੈ, ਮਾੜੀ ਹੈ, ਕਿਹੋ ਜਿਹੀ ਹੈ, ਅਸੀਂ ਇਹਨਾਂ ਚੀਜ਼ਾਂ ਦਾ ਅਧਿਐਨ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਬੇਟਾ ਸਟੱਡੀ ਆਫ ਪ੍ਰੋਬਲਮ ਐਂਡ ਕਨਫਲਿਕਟਸ। ਹੁਣ ਕੁਆਇਟ ਓਬਵੀਅਸ ਜਿੱਥੇ ਪੋਲੀਟਿਕਸ ਹੋਏਗੀ ਉੱਥੇ ਕਨਫਲਿਕਟਸ ਵੀ ਹੋਣਗੇ, ਵਿਵਾਦ ਵੀ ਹੋਣਗੇ ਔਰ ਉਹਨਾਂ ਵਿਵਾਦਾਂ ਦਾ ਹੱਲ ਵੀ ਹੁੰਦਾ ਹੈ। ਸੋ ਅਸੀਂ ਪੋਲੀਟੀਕਲ ਸਾਇੰਸ ਦੀ ਜਦੋਂ ਸਟੱਡੀ ਕਰਦੇ ਹਾਂ ਅਸੀਂ ਇਸ ਚੀਜ਼ ਦਾ ਵੀ ਅਧਿਐਨ ਕਰਦੇ ਹਾਂ ਕਿ ਦੇਸ਼ਾਂ ਦੇ ਵਿੱਚ ਕਿਹੜੇ ਵਿਵਾਦ ਚੱਲ ਰਹੇ ਨੇ ਔਰ ਉਹਨਾਂ ਵਿਵਾਦਾਂ ਨੂੰ ਸੌਰਟ ਆਊਟ ਕਰਨ ਦੇ ਲਈ ਕਿਹੜੀਆਂ ਟੈਕਨੀਕਸ ਜਿਹੜੀਆਂ ਹੈਗੀਆਂ ਉਹ ਅਪਣਾਈਆਂ ਜਾ ਰਹੀਆਂ ਨੇ, ਉਹਨਾਂ ਚੀਜ਼ਾਂ ਦਾ ਅਧਿਐਨ ਵੀ ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਕਰਦੇ ਹਾਂ। ਸੋ ਦੀਜ਼ ਆਰ, ਬਸ ਇਸ ਦੇ ਵਿੱਚ ਅਗਰ ਬੇਟਾ ਕੋਈ ਵੀ ਪੁਆਇੰਟਸ ਨਹੀਂ ਸਮਝ ਆਉਂਦਾ ਦੈਨ ਯੂ ਕੈਨ ਕਾਲ ਮੀ, ਠੀਕ ਹੈ। ਨਿਰਣੇ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ, ਵਿਅਕਤੀ ਕਿਸ ਤਰ੍ਹਾਂ ਆਪਣੇ ਦੇਸ਼ ਦੀ ਸਮੱਸਿਆਵਾਂ ਨੂੰ ਜੂਝਦਾ ਹੈ, ਕਿਹੜੇ ਅਧਿਕਾਰ ਨੇ, ਕਿਸ ਤਰ੍ਹਾਂ ਉਹ ਆਪਣੇ ਪੋਲੀਟੀਕਲ ਸਿਸਟਮ ਦੇ ਵਿੱਚ ਇਨਫਲੂਐਂਸ ਹੁੰਦਾ ਹੈ। ਸੋ ਇਹਦੇ ਵਿੱਚ ਬੇਟਾ 23 ਨੇ, ਜਿਹਦੇ ਵਿੱਚ ਤੁਸੀਂ ਕੋਈ ਵੀ 18 ਜਿਹੜੀਆਂ ਹੈਗੀਆਂ ਉਹ ਯਾਦ ਕਰਨੀਆਂ ਨੇ, ਠੀਕ ਹੈ। ਤੁਲਨਾਤਮਕ ਸਟੱਡੀ, ਕੰਪੈਰੇਟਿਵ ਸਟੱਡੀ, ਕਿ ਸਾਡੇ ਦੇਸ਼ ਦਾ ਸਿਸਟਮ UK, USA, ਜਾਪਾਨ, ਰਸ਼ੀਆ ਇਹਨਾਂ ਨਾਲੋਂ ਕਿੰਨਾ ਕੁ ਬੈਟਰ ਹੈ, ਕਿਹੜੇ ਸਿਸਟਮਸ ਨੇ ਜਿਹੜੇ ਆਪਣੇ ਆਪ ਨੂੰ ਸਹੀ ਨੇ, ਦੂਸਰੇ ਦੇਸ਼ਾਂ ਦੇ ਵਿੱਚ ਗਲਤ ਨੇ, ਜਾਂ ਦੂਸਰੇ ਦੇਸ਼ਾਂ ਦੇ ਵਿੱਚ ਸਹੀ ਹੈ ਔਰ ਆਪਣੇ ਦੇਸ਼ਾਂ ਦੇ ਵਿੱਚ ਗਲਤ ਨੇ। ਸੋ ਇਹ ਸਾਰੀ ਕੰਪੈਰੇਟਿਵ ਸਟੱਡੀ ਵੀ ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਕਰਦੇ ਹਾਂ। ਮੈਂ ਤੁਹਾਨੂੰ ਸੈਂਡ 25 ਦੇ 25 ਪੁਆਇੰਟ ਕਰ ਰਹੀ ਹਾਂ। 25 ਦੇ ਵਿੱਚੋਂ ਤੁਸੀਂ ਐਨੀ 18 ਆਪਣੀ ਨੋਟਬੁੱਕ ਦੇ ਵਿੱਚ ਲਿਖਣੇ ਨੇ ਜੋ ਤੁਹਾਨੂੰ ਈਜ਼ੀ ਲੱਗਦੇ ਨੇ, ਈਜ਼ੀ ਟੂ ਅੰਡਰਸਟੈਂਡ ਨੇ।